Hello students. Students, today we will do the central idea as well as a reference to the context of the poem The Way of Poetry. So let's start. ਤੁਸੀਂ ਸਾਰਿਆਂ ਨੇ ਸੈਂਟਰਲ ਆਈਡੀਆ ਆਲਰੇਡੀ ਨੋਟਬੁੱਕਸ ਤੇ ਲਿਖਿਆ ਹੈ। ਮੈਂ ਅੱਜ ਸਮਝਾ ਦੇਣੀ ਹੈ ਔਰ ਉਸ ਤੋਂ ਬਾਅਦ ਤੁਸੀਂ ਇਹਨੂੰ ਲਰਨ ਕਰਨਾ ਹੈ। The poem is about the poet's mission as a poet. ਇਹ poem poet ਦੇ ਮਿਸ਼ਨ ਦੇ ਬਾਰੇ ਹੈ। About means ਬਾਰੇ ਕਿ ਉਹ ਕਿਵੇਂ poet ਬਣਿਆ ਜਾਂ ਬਣਨਾ ਚਾਹੁੰਦਾ ਸੀ ਉਸ ਬਾਰੇ ਉਸਨੇ ਦੱਸਿਆ ਹੈ। He says that the gift of poetry came to him as a divine inspiration. ਉਹ ਕਹਿੰਦਾ ਹੈ ਕਿ ਪੋਇਟਰੀ ਦਾ ਗਿਫਟ ਉਹਨੂੰ ਇੱਕ ਡਿਵਾਈਨ ਮਤਲਬ ਦੈਵਿਕ ਇੰਸਪੀਰੇਸ਼ਨ ਪ੍ਰੇਰਨਾ ਇੱਕ ਦੈਵਿਕ ਪ੍ਰੇਰਨਾ ਤੋਂ ਮਿਲਿਆ ਸੀ। ਮਤਲਬ ਉਹਨੂੰ ਕੋਈ ਦੈਵਿਕ ਪ੍ਰੇਰਨਾ ਹੋਈ ਤਾਂ ਹੀ ਉਸਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। He wants to use this gift for the joy of innocent children. ਔਰ ਉਹ ਇਸ ਗਿਫਟ ਨੂੰ ਗਿਫਟ ਕਿਹੜਾ ਪੋਇਟਰੀ ਲਿਖਣ ਦਾ ਉਹ ਇਸ ਗਿਫਟ ਨੂੰ ਮਾਸੂਮ ਬੱਚਿਆਂ ਦੇ ਖੁਸ਼ੀਆਂ ਲਈ ਯੂਜ਼ ਕਰਨਾ ਚਾਹੁੰਦਾ ਹੈ। ਇਨੋਸੈਂਟ ਮਤਲਬ ਮਾਸੂਮ। He wants to write rhymes about children and for children. ਬੱਚਿਆਂ ਬਾਰੇ ਹੀ ਉਹ ਕਵਿਤਾਵਾਂ ਪੋਇਮਸ ਲਿਖਣਾ ਚਾਹੁੰਦਾ ਹੈ ਅਤੇ ਉਹਨਾਂ ਲਈ ਹੀ ਲਿਖਣਾ ਚਾਹੁੰਦਾ ਹੈ। ਰਾਈਮਸ ਦੀ ਜਗ੍ਹਾ ਬੇਟਾ ਤੁਸੀਂ ਜਿਹੜਾ ਵਰਡ ਹੈ ਪੋਇਮ ਵੀ ਲਿਖ ਸਕਦੇ ਹੋ। He wants to write poems about children and for children. He will write his poem in a book so that all children may read and enjoy them. और वो अपनियां ਇਹ ਕਵਿਤਾਵਾਂ ਇੱਕ ਬੁੱਕ ਵਿੱਚ ਲਿਖੇਗਾ so that ਤਾਂਕਿ all children ਸਾਰੇ ਬੱਚੇ may read ਇਹਨੂੰ ਪੜ੍ਹ ਸਕਣ and enjoy them ਅਤੇ enjoy ਕਰ ਸਕਣ। ਹੁਣ ਜਿਹੜੇ ਬੱਚੇ ਮੇਰੇ ਕੋਲ ਆਲਰੇਡੀ 10th ਜਿਨ੍ਹਾਂ ਨੇ ਮੇਰੇ ਕੋਲ ਕੀਤੀ ਹੈ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਟਾਰਟਿੰਗ ਜਿਹੜੀ ਹੈ ਸੈਂਟਰਲ ਆਈਡੀਆ ਦੀ ਉਹ ਕਿਸ ਤਰ੍ਹਾਂ ਕਰ ਸਕਦੇ हैं। This poem is written by William Blake. It is very inspiring poem. It gives us a very good message. Yeah, it gives us a thought provoking message. और उस तो बाद असी ਜਿਹੜੀ poem है central idea ਜਿਹੜਾ ਲਿਖਿਆ है ਇਹ start कर सकते हैं। ठीक है बेटा जिन्हां नूं ਇਹ नहीं पता ਉਹ ਮੈਨੂੰ मैसेज कर देन मैं ਉਹਨਾਂ ਨੂੰ ਇਹ lines लिख के ਸੈਂਡ ਕਰ ਦਾਂਗੇ। ਇਹ ਸੀ ਸਾਡੇ ਸੈਂਟਰਲ ਆਈਡੀਆ। ਹੁਣ ਬੇਟਾ ਅਸੀਂ ਸੈਂਟਰਲ ਰੈਫਰੈਂਸ ਟੂ ਦਾ ਕੰਟੈਕਸਟ ਕਰਾਂਗੇ। ਇਹ ਪੋਇਮ ਮੈਂ ਤੁਹਾਨੂੰ ਆਲਰੇਡੀ ਸਮਝਾ ਚੁੱਕੀ ਹੋਈ ਹਾਂ ਤੁਹਾਨੂੰ ਇਹਨੂੰ ਮੈਂ ਟਰਾਂਸਲੇਟ ਕਰਕੇ ਦੱਸਤਾ ਸੀ। ਹੁਣ ਰੈਫਰੈਂਸ ਟੂ ਦਾ ਕੰਟੈਕਸਟ ਇਹ ਫਸਟ ਸਟੈਂਜਾ ਹੈ ਪੋਇਮ ਦਾ। ਪਾਈਪਰ ਸੌਂਗ ਅਬਾਊਟ ਅ ਲੈਮ ਸੋ ਆਈ ਪਾਈਪਡ ਵਿਦ ਮੈਰੀ ਚੇਅਰ ਪਾਈਪਰ ਪਾਈਪ ਦੈਟ ਸੌਂਗ ਅਗੇਨ ਸੋ ਆਈ ਪਾਈਪਡ ਹੀ ਵੈਪਟ ਟੂ ਹੀਅਰ। ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਪੋਇਟ ਹੈ ਉਹਨੂੰ ਵਿਜ਼ਨ ਹੁੰਦੀ ਇੱਕ ਛੋਟੇ ਬੱਚੇ ਦੀ ਔਰ ਉਹਨੂੰ ਲੱਗਦਾ ਹੈ ਕਿ ਉਹ ਬੱਚਾ ਉਸਨੂੰ ਕਹਿ ਰਿਹਾ ਹੈ ਕਿ ਟਿਊਨ ਵਜਾ ਗਾਣੇ ਦੀ ਕਿਸ ਬਾਰੇ ਇੱਕ ਲੈਮ ਦੇ ਬਾਰੇ ਔਰ ਇਸ ਕਰਕੇ ਪੋਇਟ ਉਹ ਟਿਊਨ ਵਜਾਉਂਦਾ ਹੈ ਬੱਚਾ ਉਹਨੂੰ ਫਿਰ ਦੁਬਾਰਾ ਉਹੀ ਟਿਊਨ ਵਜਾਉਣ ਲਈ ਕਹਿੰਦਾ ਹੈ ਔਰ ਉਹ ਇੰਨਾ ਬੱਚਾ ਖੁਸ਼ ਹੁੰਦਾ ਹੈ ਕਿ ਉਹ ਰੋਣ ਲੱਗ ਜਾਂਦਾ ਹੈ। ਹੁਣ ਇਹਨੂੰ ਅਸੀਂ ਕਿਸ ਤਰ੍ਹਾਂ ਐਕਸਪਲੇਨ ਕਰਨਾ ਹੈ। ਫਸਟ ਬੇਟਾ ਜਿਹੜਾ ਰੈਫਰੈਂਸ ਟੂ ਦਾ ਕੰਟੈਕਸਟ ਹੈ ਉਹ ਸਾਡਾ ਹਮੇਸ਼ਾ ਫਸਟ ਲਾਈਨਸ ਜਿਹੜੀਆਂ ਹੈ ਉਹ ਕੀ ਆਣਗੀਆਂ ਥੀਸ ਲਾਈਨਸ ਹੈਵ ਬੀਨ ਟੇਕਨ ਫਰੋਮ ਜਿਹੜਾ ਪੋਇਟ ਆ ਉਹਦਾ ਨਾਮ ਲਿਖ ਕੇ ਜਿੱਦਾਂ ਵਿਲੀਅਮ ਬਲੇਕਸ ਜਾਂ ਬਲੇਕਸ ਲਿਖਤਾ ਇਹਨਾਂ ਨੇ ਅਪੋਸਟ੍ਰੋਫੀ ਐਸ ਡਾਲਣਾ ਇਹਦਾ ਮਤਲਬ ਹੁੰਦਾ ਦੀ ਵਿਲੀਅਮ ਬਲੇਕ ਦੀ ਪੋਇਮ। ਠੀਕ ਹੈ ਉਸ ਤੋਂ ਅੱਗੇ ਉਹਦਾ ਨਾਮ ਲਿਖਣਾ ਹੈ ਦ ਵੇ ਆਫ ਪੋਇਟਰੀ। ਹੁਣ ਦੇਖੋ ਜਿਹੜਾ ਪੋਇਮ ਦਾ ਨਾਮ ਹੈ ਉਹਨੂੰ ਸਿੰਗਲ ਇਨਵਰਟਿਡ ਕੋਮੇ ਵਿੱਚ ਰੱਖਿਆ ਤੁਸੀਂ ਵੀ ਇੱਦਾਂ ਰੱਖਣਾ। ਔਰ ਸੈਕਿੰਡ ਚੀਜ਼ ਹਮੇਸ਼ਾ ਯਾਦ ਰੱਖੋ ਜਦੋਂ ਵੀ ਅਸੀਂ ਪੋਇਟ ਦਾ ਨਾਮ ਲਿਖਣਾ ਹੈ ਉਹ ਕੈਪੀਟਲ ਹੋਣਾ ਚਾਹੀਦਾ ਹੈ। ਇਸੇ ਤਰੀਕੇ ਨਾਲ ਜਦੋਂ ਵੀ ਅਸੀਂ ਪੋਇਮ ਦਾ ਨਾਮ ਲਿਖਣਾ ਹੈ ਉਹਦੇ ਹਰ ਵਰਡ ਨੂੰ ਉਹਦਾ ਜਿਹੜਾ ਫਸਟ ਲੈਟਰ ਹੋਏਗਾ ਉਹਨੂੰ ਅਸੀਂ ਕੈਪੀਟਲ ਰੱਖਣਾ ਹੈ ਸਿਰਫ ਪ੍ਰੈਪੋਜੀਸ਼ਨਸ ਨੂੰ ਛੱਡ ਕੇ। In this poem, the poet tells us how the gift of poetry came to him as a divine inspiration. और ਇਹਦੇ ਵਿੱਚ ਉਹ ਦੱਸਦਾ ਹੈ ਕਿ ਕਿਵੇਂ ਉਹਨੂੰ ਇਹ ਜਿਹੜਾ ਗਿਫਟ ਆਫ ਪੋਇਟਰੀ ਹੈ ਇੱਕ ਡਿਵਾਈਨ ਇੰਸਪੀਰੇਸ਼ਨ ਦੇ ਤੌਰ 'ਤੇ ਆਇਆ। ਹੁਣ ਤੁਸੀਂ ਬੇਸ਼ੱਕ ਇਸ ਲਾਈਨ ਨੂੰ ਇਸ ਤਰ੍ਹਾਂ ਲਿਖ ਲਓ ਜਾਂ ਜਿਸ ਤਰ੍ਹਾਂ ਤੁਸੀਂ ਸੈਂਟਰਲ ਆਈਡੀਆ 'ਚ ਕੀਤੀ ਸੀ
कि ही सेज दैट द गिफ्ट ऑफ पोइट्री केम टू हिम एज अ डिवाइन इंस्पिरेशन, मतलब हाउ लिखण की तुहानूं ज़रूरत नहीं पेगी। और ਜਿਹੜਾ भी इस पोएम का कोई भी तुहानूं स्टैंजा आंदा है, फस्ट ਜਿਹੜਾ ਤੁਹਾਡਾ रैफरेंस टू द कॉन्टैक्सट ਉਹ सेम रहेगा। ठीक है, अगे एक्सप्लेनेशन देखो। वंस द पोइट हैड अ विजन, विजन मतलब हुंदा सपना देखना पर जागदी अखां नाल। ठीक है, मतलब खुलियां अखां नाल सपना देखना। ही सा अ चाइल्ड ऑन अ क्लाउड, ਉਹਨੂੰ ਬੱਦਲਾਂ ਵਿੱਚ ਇੱਕ ਬੱਚਾ ਦਿਖਾਈ ਦਿੱਤਾ। ਅੱਗੇ ਹੈ ਦ ਪੋਇਟ ਵਾਜ਼ ਡਰੈਸਡ ਐਜ਼ ਅ ਪਾਈਪਰ। ਇਹ ਲਾਈਨ ਨਹੀਂ ਵੀ ਲਿਖਣੀ, ਤੁਸੀਂ ਬੇਸ਼ੱਕ ਕੱਟ ਸਕਦੇ ਹੋ ਇੱਥੇ। ਫਿਰ ਅਗਰ ਤੁਸੀਂ ਸਪੋਜ਼ ਇਹ ਲਾਈਨ ਨਹੀਂ ਕਰ ਰਹੇ, ਦ ਪੋਇਟ ਵਾਜ਼ ਡਰੈਸਡ ਐਜ਼ ਅ ਪਾਈਪਰ, ਫਿਰ ਤੁਸੀਂ ਇੱਥੇ ਹੀ ਦੀ ਜਗ੍ਹਾ ਲਿਖੋਗੇ ਦ ਪੋਇਟ। ਦ ਪੋਇਟ ਵਾਜ਼ ਪਲੇਇੰਗ ਸਵੀਟ ਟਿਊਨਸ ਔਨ ਹਿਜ਼ ਪਾਈਪ। पोएट प्ले कर रहा सी बड़ी वधिया मिठियां ट्यून्स अपनी पाइप ते, सुरीलियां ट्यून्स। द चाइल्ड आस्क्ड द पोएट टू पाइप अ सॉन्ग अबाउट अ लैम्प। हुण चाइल्ड जिहड़ा सी वो पोएट नूं कहंदा है कि लैम्प दे बारे, अबाउट मीनस बारे, एक गाने दी ट्यून कट। द चाइल्ड हियर इज़ अ सिंबल ऑफ द स्पिरिट ऑफ पोएट्री। ਇੱਥੇ ਉਹ ਪੋਇਟਰੀ ਦੀ ਆਤਮਾ ਦਾ ਸਿੰਬਲ ਹੈ। ਅਗਰ ਤੁਹਾਨੂੰ ਇਹ ਲਾਈਨ ਯਾਦ ਹੁੰਦੀ ਹੈ ਠੀਕ ਹੈ, ਨਹੀਂ ਤਾਂ ਤੁਸੀਂ ਇਹਨੂੰ ਛੱਡ ਵੀ ਸਕਦੇ ਹੋ। ਦ ਲੈਂਪ ਇਜ਼ ਅ ਸਿੰਬਲ ਆਫ ਇਨੋਸੈਂਟ ਚਾਈਲਡਹੁੱਡ। ਔਰ ਜਿਹੜਾ ਲੈਂਪ ਹੈ ਉਹ ਬਚਪਨ, ਜਿਹੜਾ ਇਨੋਸੈਂਟ ਬਚਪਨ ਹੁੰਦਾ ਹੈ ਉਹਦਾ ਸਿੰਬਲ ਹੈ। ਐਜ਼ ਦ ਚਾਈਲਡਸ ਰਿਕੁਐਸਟ ਦ ਪਾਈਪਰ ਪਲੇਡ ਅ ਜॉयफुल ट्यून सॉरी। ਐਟ ਦ ਚਾਈਲਡਸ ਰਿਕੁਐਸਟ ਤੁਸੀਂ ਕੱਟ ਵੀ ਸਕਦੇ ਹੋ ਲਾਈਨ, ਜਿੰਨੇ ਐ ਐਟ ਦ ਚਾਈਲਡਸ ਰਿਕੁਐਸਟ ਇੰਨਾ ਕੁ ਤੁਸੀਂ ਕੱਟ ਸਕਦੇ ਹੋ। ਫਿਰ ਤੁਹਾਡੀ ਲਾਈਨ ਰਹਿ ਜਾਏਗੀ ਦ ਪਾਈਪਰ ਪਲੇਡ ਅ ਜॉयफुल ट्यून। ਉਹਨੇ ਪਾਈਪਰ ਮਤਲਬ ਇੱਥੇ ਪੋਇਟ ਨੂੰ ਕਹਿ ਰਹੇ ਕਿਉਂਕਿ ਉਹ ਪਾਈਪ ਵਜਾ ਰਿਹਾ ਨਾ, ਉਹਦੀ ਟਿਊਨ ਨਿਕਾਲ ਰਿਹਾ ਹੈ ਬਾਂਸੁਰੀ ਦੀ, ਅਤੇ ਪਾਈਪਰ ਜਿਹੜਾ ਹੈ ਇੱਕ ਬੜੀ ਜॉयफुल ट्यून ਵਜਾਉਂਦਾ ਹੈ। द चाइल्ड लाइक दिस सॉन्ग वेरी मच। और बच्चा इस सॉन्ग नू बहुत पसंद करता है। ही आस्क्ड द पाइपर टू पाइप दैट सॉन्ग अगेन। उन्होंने फिर दोबारा कहता तू यह गाना बजा। वाइल द पाइपर वाज प्लेइंग हिज ट्यून। वाइल मतलब जदों, जदों पाइपर जड़ा है वो ट्यून बजा रहा सी। द चाइल्ड वेप्ट टू हेयर इट। और बच्चे ने यह सुन के रोना शुरू करता। His tears were the tear of joy। हुणे कोई दुख दे tears नहीं सी, ए आंसू कादे सी, खुशी दे आंसू सी। ठीक है, समझ आ गई बेटा। हुण देखो बेटा नेक्स्ट स्टैंजा आ गया। ड्रॉप दाई पाइप दाई हैप्पी पाइप। कहंदा अपनी पाइप नूं हुण रख दे। सिंग दाई सॉन्ग ऑफ हैप्पी चेयर। अपने जड़ा गाना है वो गा। सो आई संग द सेम अगेन वाइल ही वेप्ट विद जॉय टू हेयर। मैं फिर गाना शुरू करता और उसने रोना शुरू करता। हुण देखो साडी फस्ट फ्यू लाइन्स जड़ियाँ सेम रहनगियां। वंस द पोएट हैड अ विजन ही सॉ अ चाइल्ड ऑन अ क्लाउड। द पोएट वॉज ड्रेस्ड एज अ पाइपर। द चाइल्ड आस्क्ड द पाइपर टू पाइप अ सॉन्ग अबाउट अ लैम्प। द चाइल्ड इज हेयर अ सिंबल ऑफ द स्पिरिट ऑफ पोएट्री। द लैम्प इज अ सिंबल ऑफ इनोसेंट चाइल्डहुड। इतों तक साडा सेम उही वाली रहनगियां। एक बार तुसीं लाइन लर्न कर लिया, तुहानूं दोबारा लाइन्स लर्न करने की लोड़ नहीं। हुण अगे देखो द चाइल्ड लाइक द पाइपर सॉन्ग इमेंसली। इमेंसली मतलब बहुत ज़्यादा। तुसीं सिंपल भी लिख सकते हो द चाइल्ड लाइक द पाइपर सॉन्ग। उसनूं वो गाना बहुत पसंद आया। ही रिक्वेस्टिड द पाइपर टू ले असाइड हिज पाइप। हुण वो की कहंदा अपनी पाइप नूं तू साइड ते रख दे। ही वॉन्टेड द पाइपर, या तुसीं इत्थे यह भी कह सकते ही आस्क्ड द पाइपर टू सिंग हिज सॉन्ग वोकली, मतलब आवाज़ विच गा, कली ट्यून ना निकाल। सो द पाइपर सैंग द सेम सॉन्ग अगेन। और पाइपर जड़ा है सेम सॉन्ग गांदा है। When the piper was singing his song, the child wept to hear it। और जदों पाइपर वो सॉन्ग गा रहा सी, बच्चा उसनूं सुन के रोन लग गया। His tears were the tears of joy। और ਉਹਦੇ आंसू खुशी दे आंसू सी। ठीक है, ऑलमोस्ट सेम ही है, सिर्फ ਉਹਦੇ 'ਚ ਅਸੀਂ लिखना है the child asked him to pipe a tune।
और ये द चाइल्ड आस्क्ड हिम टू सिंग दैट सॉन्ग, दैट हैप्पी सॉन्ग। बस इन्ना क जिहा तुहाडा फर्क है, बाकी तुहाडी लाइन सारी सेम आउणगीआं। हुण देखो बेटा थर्ड तुहाडा स्टैंजा बहुत इंपॉर्टेंट है। एंड आई मेड अ रूरल पैन, अते मैं एक कलम बनाई। रूरल पैन तुहानूं दस्सिया सी, समझाया सी, एक्सप्लेन कीता सी काफ़ी। एंड आई स्टेन द वाटर क्लीयर, अते मैं वाटर जिहड़ा एकदम साफ सी उहनूं स्टेन करता, मतलब उहदी इंक बना ली। एंड आई रोट माई हैप्पी सॉन्ग एवरी चाइल्ड मे जॉय टू हेयर, अते मैं अपने खुशियां भरिया गाना लिख लिया ताकि हर बच्चा उसनूं सुन के खुश होए। ठीक है, पहला रैफरेंस सेम है, फस्ट 4 लाइन्स तुहाडियां सेम आउणगीआं। ठीक है, ਇਹਦੇ ਵਿੱਚ ਵੀ ਤੁਸੀਂ ਉਹ ਲਿਖ ਸਕਦੇ ਹੋ द ਚਾਈਲਡ इज़ अ सिंबल ऑफ ਕੀ ਸੀ ਕਾਹਦਾ, ਯੈਸ ਵੈਰੀ ਗੁੱਡ। ਤੇ ਉਹ ਸਾਰਾ ਲਿਖ ਕੇ ਉਸ ਤੋਂ ਬਾਅਦ ਤੁਸੀਂ ਕੀ ਕਹਿਣਾ, tear of joy came from his eyes, ਉਹਦੀ ਅੱਖਾਂ 'ਚੋਂ ਆਂਸੂ ਆ ਗਏ। ਲਾਈਨ ਲਿਖਣੀ ਲਿਖੋ, ਨਹੀਂ ਲਿਖਣੀ ਨਾ ਲਿਖੋ। द चाइल्ड लाइक दिस सॉन्ग इमेंसली, बच्चे ਨੂੰ ਉਹ ਗਾਣਾ ਬਹੁਤ ਪਸੰਦ ਆਇਆ। ही रिक्वेस्टेड द पाइपर टू राइट हिज सॉन्ग इन अ बुक, ਪਹਿਲਾਂ ਇੰਨਾ ਯਾਦ ਕਰਨਾ ਕਿ ਉਹਨੇ ਪਾਈਪਰ ਨੂੰ ਕੀ ਰਿਕੁਐਸਟ ਕੀਤੀ, ਇਹ ਗਾਣਾ ਬੁੱਕ ਵਿੱਚ ਲਿਖ। ਠੀਕ ਹੈ, ਜਿੱਦਾਂ ਅਸੀਂ ਪਹਿਲੇ ਵਿੱਚ ਕੀ ਕਿਹਾ ਸੀ, ਹੀ ਆਸਕਡ ਦ ਪਾਈਪਰ ਟੂ ਪਾਈਪ ਅ ਟਿਊਨ, ਫਿਰ ਹੀ ਆਸਕਡ ਦ ਪਾਈਪਰ ਟੂ ਸਿੰਗ ਅ ਸੌਂਗ। ਹੁਣ ਉਹ ਕੀ ਕਹਿ ਰਿਹਾ, ਹੀ ਰਿਕੁਐਸਟਡ ਜਾਂ ਆਸਕਡ ਵੀ ਤੁਸੀਂ ਲਿਖ ਸਕਦੇ ਹੋ। ਹੀ ਆਸਕਡ ਦ ਪਾਈਪਰ ਟੂ ਰਾਈਟ ਹਿਜ ਸੌਂਗਸ ਇਨ ਅ ਬੁੱਕ ਸੋ ਦੈਟ all children could read and enjoy them, ਤਾਂ ਕਿ ਸਾਰੇ ਬੱਚੇ ਉਸ ਨੂੰ ਪੜ੍ਹ ਸਕਣ ਅਤੇ ਇੰਜੋਏ ਕਰ ਸਕਣ। ਸੋ ਦ ਪਾਈਪਰ ਪਲੱਕਡ ਅ ਰੀਡ, ਇਸ ਲਈ ਪਾਈਪਰ ਨੇ ਇੱਕ ਰੀਡ ਨੂੰ ਤੋੜ ਲਿਆ। ਹੀ ਮੇਡ ਅ ਪੈਨ ਫਰੋਮ ਇਟ, ਉਹਦੇ ਤੋਂ ਉਹਨੇ ਪੈਨ ਬਣਾਇਆ। ਤੁਹਾਨੂੰ ਦੱਸਿਆ ਸੀ ਕਲਮ ਬਣਾਉਣ ਲਈ ਜਿਹੜੀ ਰੀਡ ਯੂਜ਼ ਹੁੰਦੀ ਹੈ। ਹੀ ਪ੍ਰੀਪੇਅਰਡ ਸਮ ਇੰਕ, ਉਹਨੇ ਇੰਕ ਬਣਾਈ। then he sat down to write his songs, और उन्हें फिर गाने लिखने शुरू करते बैठ गया। the piper wrote such songs as could bring joy to all children, ਉਹ ਇੱਦਾਂ ਦੇ ਸੌਂਗ ਲਿਖਣ ਲੱਗ ਗਿਆ ਜਿੱਦਾਂ ਜਿਹਦੇ ਨਾਲ ਹਰ ਬੱਚਾ ਖੁਸ਼ ਹੋਏ। ਤੁਸੀਂ ਸਿੰਪਲ ਲਿਖ ਸਕਦੇ ਹੋ the piper wrote songs to make children happy, ਜਾਂ the piper wrote song about the children and for the children, ਜਿਹੜੀ ਤੁਸੀਂ ਸੈਂਟਰਲ ਆਈਡੀਆ 'ਚ ਲਾਈਨ ਲਰਨ ਕੀਤੀ ਸੀ ਉਹ ਲਿਖ ਸਕਦੇ ਹੋ। ਠੀਕ ਹੈ ਬੇਟਾ, ਤੁਹਾਡੀ 3 ਹੀ ਸਟੈਂਜ਼ਾ ਸੀ ਜਿਹੜੀ ਰੈਫਰੈਂਸ ਟੂ ਦਾ ਕੰਟੈਕਸਟ ਐਂਡ ਐਕਸਪਲੇਨੇਸ਼ਨ ਕਰਨੀ ਸੀ, ਕੰਪਲੀਟ ਹੋ ਗਈ। ਇਸ ਲੈਸਨ ਨੂੰ ਤੁਸੀਂ ਵਿਦਿਨ 2 ਡੇਜ਼ ਇਸ ਪੋਇਮ ਨੂੰ ਵਿਦਿਨ 2 ਡੇਜ਼ ਲਰਨ ਕਰ ਲਓ, ਔਰ ਉਸ ਤੋਂ ਬਾਅਦ ਫਿਰ ਅਸੀਂ ਨੈਕਸਟ ਜਿਹੜਾ ਲੈਸਨ ਹੈ ਉਹ ਸਟਾਰਟ ਕਰਾਂਗੇ। ਥੈਂਕ ਯੂ, ਹੈਵ ਅ ਪ੍ਰੋਡਕਟਿਵ ਡੇ।